हेलो फ्रेंड्स, दिस इज हरविंदर सिंह एंड वेलकम टू द यूट्यूब चैनल सपोर्ट फॉर एजुकेशन। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 6 ਇੰਗਲਿਸ਼ ਦਾ ਲੈਸਨ ਨੰਬਰ 5 ਜੋ ਕਿ ਇੱਕ ਪੋਇਮ ਹੈ ਜਿਸ ਦਾ ਨਾਮ ਹੈ ਹਾਊ ਬਿਊਟੀਫੁਲ ਇਜ਼ ਦ ਰੇਨ। ਦੋਸਤੋ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਪੋਇਮ ਨੂੰ ਪੜਾਂਗੇ, ਸਮਝਾਂਗੇ ਤੇ ਇਸ ਤੋਂ ਬਾਅਦ ਅਸੀਂ ਬੈਕ ਐਕਸਰਸਾਈਜ਼ ਤੇ ਐਕਟੀਵਿਟੀਜ਼ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਪ੍ਰੀ ਰੀਡਿੰਗ, ਪਾਠ ਪੜਨ ਤੋਂ ਪਹਿਲਾਂ ਅਸੀਂ ਕੁਝ ਸ਼ਬਦ ਹੈ ਉਹ ਸਿੱਖਾਂਗੇ, ਡਿਫਿਕਲਟ ਵਰਡਸ ਹੈ ਉਹ ਸਿੱਖਾਂਗੇ। ਫਾਇਰੀ ਦਾ ਮਤਲਬ ਹੁੰਦਾ ਵੈਰੀ ਹੌਟ, ਬਹੁਤ ਗਰਮ ਜਾਂ ਅੱਗ ਵਾਂਗ ਗਰਮ। ਲੇਨ ਹੁੰਦਾ ਪਤਲੀ ਜਿਹੀ ਗਲੀ। ਕਲੈਟਰਡ ਹੁੰਦਾ ਰਿਪੀਟਡ ਨੋਇਸ, ਜਿਵੇਂ ਖੜਖੜ ਦੀ ਆਵਾਜ਼ ਆਉਂਦੀ ਹੈ ਰਿਪੀਟਡ ਤੇ ਉਸ ਨੂੰ ਕਲੈਟਰ ਕਿਹਾ ਜਾਂਦਾ ਹੈ। ਗਸ਼ਿਸ ਹੁੰਦਾ ਤੇਜ਼ੀ ਨਾਲ ਬਾਹਰ ਆਣਾ। ਟਰੈਂਪ ਹੁੰਦਾ ਸਾਊਂਡ ਵਾਈਲ ਵਾਕਿੰਗ ਵਿਦ ਹੈਵੀ ਸਟੈਪਸ, ਜਦੋਂ ਤੇਜ਼ੀ ਨਾਲ ਕੋਈ ਚੱਲ ਰਿਹਾ ਹੁੰਦਾ ਜਾਂ ਘੋੜਾ ਵੀ ਤੇਜ਼ੀ ਨਾਲ ਚੱਲ ਰਿਹਾ ਤਾਂ ਉਸ ਦੀ ਸਾਊਂਡ ਨੂੰ ਟਰੈਂਪ ਕਿਹਾ ਜਾਂਦਾ ਹੈ। ਹੂਫਸ ਹੁੰਦਾ ਜਾਨਵਰ ਦੇ ਪੈਰ ਦਾ ਤਲਾ ਜਾਂ ਖੁਰ, ਤੇ ਇਸ ਪੋਇਮ ਵਿੱਚ ਘੋੜੇ ਦੇ ਪੈਰ ਦੇ ਤਲੇ ਨੂੰ ਹੂਫਸ ਕਿਹਾ ਗਿਆ। ਸਵਿਫਟ ਹੁੰਦਾ ਤੇਜ਼ੀ ਨਾਲ। ਓਵਰਫਲੋਇੰਗ ਹੁੰਦਾ ਵਹਿਣਾ। ਸਪਾਊਟ ਹੁੰਦਾ ਉਹ ਨਲੀ ਜਿਸ ਵਿੱਚੋਂ ਪਾਣੀ ਬਾਹਰ ਆਉਂਦਾ। ਰੋਰਸ ਹੁੰਦਾ ਗੁਰਰਾਣ ਦੀ ਆਵਾਜ਼। ਤੇ ਪੋਇਮ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਗਿਆ ਕਿ ਇਹ ਜਿਹੜੀ ਪੋਇਮ ਹੈ ਵਿੰਟਰ ਰੇਨ ਦੇ ਰਿਗਾਰਡਿੰਗ ਨਹੀਂ ਹੈ, ਕਿ ਇਹ ਜਿਹੜਾ ਪੋਇਟ ਹੈ ਸਰਦੀਆਂ ਵਿੱਚ ਜਿਹੜਾ ਮੀਂਹ ਪੈਂਦਾ ਉਸ ਦੀ ਗੱਲ ਨਹੀਂ ਕਰ ਰਿਹਾ, ਜਿਹੜਾ ਗਰਮੀਆਂ ਵਿੱਚ ਮੀਂਹ ਪੈਂਦਾ ਉਸ ਦੀ ਗੱਲ ਹੈ ਉਹ ਕਰ ਰਿਹਾ। ਤੇ ਆਓ ਹੁਣ ਅਸੀਂ ਪੋਇਮ ਨੂੰ ਪੜ੍ਹਦੇ ਹਾਂ ਤੇ ਨਾਲ ਦੀ ਨਾਲ ਇਸ ਨੂੰ ਸਮਝਦੇ ਵੀ ਹਾਂ। ਹਾਊ ਬਿਊਟੀਫੁਲ ਇਜ਼ ਦ ਰੇਨ ਆਫਟਰ ਦ ਡਸਟ ਐਂਡ ਹੀਟ ਇਨ ਦ ਬ੍ਰੌਡ ਐਂਡ ਫਾਇਰੀ ਸਟਰੀਟ ਇਨ ਦ ਨੈਰੋ ਲੇਨ। ਹਾਊ ਬਿਊਟੀਫੁਲ ਇਜ਼ ਦ ਰੇਨ। ਤੇ ਇੱਥੇ ਸਾਨੂੰ ਕਵੀ ਕਹਿ ਰਿਹਾ ਕਿ ਵਰਖਾ ਕਿੰਨੀ ਸੋਹਣੀ ਹੈ। ਤੇ ਵਰਖਾ ਕਦੋਂ ਪੈ ਰਹੀ ਹੈ? ਡਸਟ ਤੋਂ ਬਾਅਦ ਤੇ ਹੀਟ ਤੋਂ ਬਾਅਦ। ਜਿਹੜੀ ਗਰਮੀਆਂ ਵਿੱਚ ਜਿਹੜੀ ਧੂਲ ਹੁੰਦੀ ਹੈ ਤੇ ਜਿਹੜੀ ਗਰਮੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਮੀਂਹ ਪੈ ਰਿਹਾ ਉਹ ਕਿੰਨਾ ਸੋਹਣਾ ਹੈ। ਤੇ ਉਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਮੀਂਹ ਕਿੱਥੇ ਕਿੱਥੇ ਪੈ ਰਿਹਾ। ਭਾਵੇਂ ਮੀਂਹ ਬ੍ਰੌਡ ਐਂਡ ਫਾਇਰੀ ਸਟਰੀਟ ਵਿੱਚ ਪੈ ਰਿਹਾ, ਭਾਵੇਂ ਚੌੜੀ ਤੇ ਗਰਮ ਗਲੀ ਵਿੱਚ ਪੈ ਰਿਹਾ, ਭਾਵੇਂ ਪਤਲੀ ਜਿਹੀ ਗਲੀ ਵਿੱਚ ਪੈ ਰਿਹਾ। ਨੈਰੋ ਲੇਨ ਹੁੰਦਾ ਪਤਲੀ ਜਿਹੀ ਗਲੀ। ਤੇ ਭਾਵੇਂ ਚੌੜੀ ਗਲੀ ਵਿੱਚ ਮੀਂਹ ਪੈ ਰਿਹਾ, ਭਾਵੇਂ ਪਤਲੀ ਗਲੀ ਵਿੱਚ ਮੀਂਹ ਪੈ ਰਿਹਾ, ਪਰ ਮੀਂਹ ਬਹੁਤ ਹੀ ਸੋਹਣਾ ਹੈ। How it clatters along the roofs like a tramp of hoofs. How it gushes and struggles out from the throat of overflowing spout. ਤੇ ਕਲੈਟਰ ਦਾ ਅਰਥ ਅਸੀਂ ਪੜਿਆ ਸੀਗਾ ਵੀ ਖੜਖੜ ਦੀ ਆਵਾਜ਼, ਤੇ ਰੂਫ ਹੁੰਦਾ ਛੱਤ। ਤੇ ਹੁਣ ਜਦੋਂ ਮੀਂਹ ਹੈ ਉਹ ਛੱਤ ਉੱਤੇ ਪੈ ਰਿਹਾ ਤਾਂ ਖੜਖੜ ਦੀ ਰਿਪੀਟਡ ਹੈ ਆਵਾਜ਼ ਆ ਰਹੀ ਹੈ। ਤੇ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ? ਲਾਈਕ ਅ ਟਰੈਂਪ ਆਫ ਹੂਵਸ। ਤੇ ਉਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਛੱਤ ਵਿੱਚੋਂ ਜਿਵੇਂ ਛੱਤ ਉੱਤੇ ਘੋੜਾ ਹੈ ਉਹ ਦੌੜ ਰਿਹਾ ਹੈ। ਟਰੈਂਪ ਦਾ ਅਰਥ ਹੈ ਤੇਜ਼ ਚੱਲਣ ਦੀ ਆਵਾਜ਼, ਤੇ ਹੂਫ ਹੋ ਗਿਆ ਘੋੜੇ ਦੇ ਪੈਰ ਦਾ ਤਲਾ। ਤੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਛੱਤ ਵਿੱਚ ਘੋੜਾ ਦੌੜ ਰਿਹਾ। ਇਸ ਤੋਂ ਬਾਅਦ how it gushes and struggles out from the throat of overflowing spout. ਤੇ ਗਸ਼ਿਸ ਦਾ ਮਤਲਬ ਹੁੰਦਾ ਹੈ ਤੇਜ਼ੀ ਨਾਲ ਬਾਹਰ ਆਣਾ। ਤੇ ਗਸ਼ਿਸ ਐਂਡ ਸਟਰਗਲ ਆਊਟ ਮੀਨਸ ਕਿ ਜਿਹੜਾ ਮੀਂਹ ਦਾ ਪਾਣੀ ਹੈ ਉਹ ਤੇਜ਼ੀ ਨਾਲ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ। ਕਿੱਥੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ? ਤੇ ਵੈਸੇ ਤਾਂ ਸਪਾਊਟ ਦਾ ਅਰਥ ਹੁੰਦਾ ਹੈ ਨਲੀ, ਤੇ ਪਰ ਇੱਥੇ ਸਪਾਊਟ ਹੈ ਪਰਨਾਲਾ, ਕਿ ਛੋਟੇ ਜਿਹੇ ਪਰਨਾਲੇ ਦੇ ਗਲੇ ਵਿੱਚੋਂ ਜਿਹੜਾ ਪਾਣੀ ਹੈ ਉਹ ਤੇਜ਼ੀ ਨਾਲ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ। Across the window pane it pours and swift and wide with a muddy tide like a river down the gutter roads the rain, the welcome rain. ਤੇ ਵਿੰਡੋ ਪੇਨ ਦਾ ਅਰਥ ਹੁੰਦਾ ਹੈ ਖਿੜਕੀ, ਤੇ ਹੁਣ ਖਿੜਕੀ ਦੇ ਆਲੇ ਦੁਆਲੇ ਵੀ ਮੀਂਹ ਪੈ ਰਿਹਾ। ਤੇ ਹੁਣ ਥੱਲੇ ਆ ਪਾਣੀ ਕਾਫੀ ਜ਼ਿਆਦਾ ਇਕੱਠਾ ਹੋ ਗਿਆ। ਤੇ ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਪਾਣੀ ਕਾਫੀ ਜ਼ਿਆਦਾ ਇਕੱਠਾ ਹੋ ਜਾਂਦਾ ਤੇ ਉਸ ਤੋਂ ਅਸੀਂ ਕੋਈ ਸਾਈਕਲ ਕੱਢਦੇ ਹਾਂ ਤਾਂ ਇੱਕ ਟਾਈਡ ਜੀ ਬਣਦੀ ਹੈ, ਕਿ ਪਾਣੀ ਵਿੱਚ ਇੱਕ ਵੇਵ ਜੀ ਬਣਦੀ ਹੈ। ਤੇ ਉਹ ਵੇਵ ਜਿਹੜੀ ਟਾਈਡ ਹੁੰਦੀ ਹੈ ਤੇ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ? ਤੇ ਉਹ ਮਡੀ ਟਾਈਡ ਹੋਏਗੀ, ਮੀਨਸ ਉਹ ਮਿੱਟੀ ਵਾਲੀ ਟਾਈਡ ਹੋਏਗੀ। ਤੇ ਹੁਣ ਥੱਲੇ ਇਕੱਠੇ ਹੋਏ ਪਾਣੀ ਵਿੱਚ ਕਿਸ ਤਰ੍ਹਾਂ ਦੀ ਟਾਈਡ ਹੈ ਉਹ ਬਣ ਰਹੀ ਹੈ? ਉਹ ਮਡੀ ਟਾਈਡ ਹੈ, ਮਿੱਟੀ ਵਾਲੀ ਟਾਈਡ ਹੈ ਉਹ ਬਣ ਰਹੀ ਹੈ। ਤੇ ਉਸ ਤੋਂ ਬਾਅਦ ਦੱਸਿਆ ਗਿਆ ਲਾਈਕ ਅ ਰਿਵਰ ਡਾਊਨ ਦਾ ਗਟਰ ਰੋਡਸ ਦਾ ਰੇਨ ਦਾ ਵੈਲਕਮ ਰੇਨ। ਤੇ ਹੁਣ ਜਦੋਂ ਜ਼ਮੀਨ ਤੇ ਇਕੱਠਾ ਹੋਇਆ ਪਾਣੀ ਗਟਰ ਵਿੱਚ ਜਾ ਰਿਹਾ ਤੇ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ? ਕਿ ਗਟਰ ਹੈ ਛੋਟਾ ਜਿਆਦਾ ਪਰ ਪਾਣੀ ਹੈ ਬਹੁਤ ਹੀ ਜ਼ਿਆਦਾ। ਤੇ ਇੰਨਾ ਜ਼ਿਆਦਾ ਪਾਣੀ ਹੈ ਕਿ ਜਿਵੇਂ ਪਾਣੀ ਦੀ ਨਦੀ ਬਣੀ ਹੋਈ ਹੈ ਤੇ ਛੋਟੇ ਜਿਹੇ ਗਟਰ ਵਿੱਚ ਜਾ ਰਿਹਾ ਤੇ ਰੋਰਿੰਗ ਸਾਊਂਡ ਆ ਰਹੀ ਹੈ, ਗੁਰਰਾਣ ਦੀ ਆਵਾਜ਼ ਆ ਰਹੀ ਹੈ। ਤੇ ਹੁਣ ਜਿਹੜਾ ਪਾਣੀ ਗਟਰ ਵਿੱਚ ਜਾ ਰਿਹਾ ਉਸ ਵਿੱਚੋਂ ਰੋਰਿੰਗ ਸਾਊਂਡ ਵੀ ਆ ਰਹੀ ਹੈ ਕਿਉਂਕਿ ਗਟਰ ਛੋਟਾ ਤੇ ਪਾਣੀ ਬਹੁਤ ਜ਼ਿਆਦਾ ਇਕੱਠਾ ਹੋਇਆ।
ਤੇ ਐਂਡ ਵਿੱਚ ਅੰਤ ਵਿੱਚ ਜਿਹੜਾ ਕਵੀ ਹੈ ਉਹ ਰੇਨ ਦਾ ਵਰਖਾ ਦਾ ਸਵਾਗਤ ਕਰਦਾ, ਕਹਿੰਦਾ ਰੇਨ ਦਾ ਵੈਲਕਮ ਰੇਨ। ਤੇ ਦੋਸਤੋ ਇਸ ਕਵਿਤਾ ਵਿੱਚ ਇਸ ਪੋਇਮ ਵਿੱਚ ਅਸੀਂ ਇਹ ਦੇਖਿਆ ਵੀ ਕਿਸ ਤਰ੍ਹਾਂ ਪੋਇਟ H.W. ਲੌਂਗਫੈਲੋ ਨੇ ਰੇਨ ਦਾ ਸਵਾਗਤ ਕੀਤਾ। ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪੋਇਮ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਹੁਣ ਅਸੀਂ ਕਰਦੇ ਹਾਂ ਇਸ ਦੀਆਂ ਬੈਕ ਐਕਸਰਸਾਈਜ਼ਸ, ਜਿਸ ਵਿੱਚ ਸਭ ਤੋਂ ਪਹਿਲਾਂ ਐਕਟੀਵਿਟੀ 2 ਪਿਕ ਅਪ ਵਰਡਸ ਫਰੋਮ ਦਾ ਪੋਇਮ ਡੈਟ ਮੈਚ ਦਾ ਰਾਈਮ ਆਫ ਦਾ ਫੋਲੋਇੰਗ ਵਰਡਸ। ਤੇ ਰਾਈਮਿੰਗ ਵਰਡਸ ਹੁੰਦੇ ਜਿਨ੍ਹਾਂ ਦੀ ਐਂਡਿੰਗ ਸਾਊਂਡ ਸੇਮ ਹੁੰਦੀ ਹੈ, ਜਿਵੇਂ ਰੇਨ ਲੇਨ, ਹੀਟ ਸਟਰੀਟ, roofs, hoofs, out, spout, lane, rain, pores, roads, wide, tide। ਇਸ ਤੋਂ ਬਾਅਦ ਰੀਡ ਦਾ ਪੋਇਮ ਐਂਡ ਰਾਈਟ ਦਾ ਆਨਸਰਸ ਟੂ ਦਾ ਫੋਲੋਇੰਗ। ਤੇ ਹੁਣ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਕੁਐਸਚਨ ਹੈ ਵਾਈ ਡਜ਼ ਅ ਪੋਇਟ ਸੇ ਡੈਟ ਦਾ ਰੇਨ ਇਜ਼ ਬਿਊਟੀਫੁਲ। ਤੇ ਕਵੀ ਨੇ ਇਹ ਕਿਉਂ ਕਿਹਾ ਵੀ ਰੇਨ ਉਹ ਬਿਊਟੀਫੁਲ ਹੈ, ਸੁੰਦਰ ਹੈ। The poet says that the rain is beautiful because it comes after the dust and heat। ਤੇ ਕਵੀ ਨੇ ਅਜਿਹਾ ਇਸ ਕਰਕੇ ਕਿਹਾ ਕਿਉਂਕਿ ਜਿਹੜਾ ਮੀਂਹ ਹੈ ਉਹ ਗਰਮੀ ਤੋਂ ਬਾਅਦ ਅਤੇ ਧੂਲ ਮਿੱਟੀ ਤੋਂ ਬਾਅਦ ਉਹ ਪੈ ਰਿਹਾ, ਤੇ ਇਸ ਕਰਕੇ ਕਵੀ ਨੇ ਅਜਿਹਾ ਕਿਹਾ। Which are the places where the rain falls। ਤੇ ਹੁਣ ਇਸ ਪੋਇਮ ਦੇ ਅਕੋਰਡਿੰਗਲੀ ਮੀਂਹ ਕਿੱਥੇ ਕਿੱਥੇ ਪੈ ਰਿਹਾ, ਤੇ ਇਸ ਆਨਸਰ ਵਿੱਚ ਅਸੀਂ ਲਿਖ ਸਕਦੇ ਹਾਂ the rain falls in the broad and fiery street and in the narrow lane। ਕਿ ਬ੍ਰੌਡ ਚੌੜੀ ਤੇ ਗਰਮ ਗਲੀ ਵਿੱਚ ਵੀ ਮੀਂਹ ਪੈ ਰਿਹਾ ਤੇ ਪਤਲੀ ਜਿਹੀ ਗਲੀ ਵਿੱਚ ਵੀ ਮੀਂਹ ਪੈ ਰਿਹਾ। It also falls on the roofs of the houses and across window panes। ਤੇ ਘਰ ਦੀ ਛੱਤਾਂ ਵਿੱਚ ਵੀ ਮੀਂਹ ਪੈ ਰਿਹਾ ਅਤੇ ਖਿੜਕੀ ਦੇ ਆਲੇ ਦੁਆਲੇ ਵੀ ਮੀਂਹ ਪੈ ਰਿਹਾ। ਤੇ ਇਸ ਤੋਂ ਬਾਅਦ ਹੈ why does the poet repeat the first line। ਤੇ ਫਸਟ ਲਾਈਨ ਹੈ how beautiful is the rain। ਤੇ ਕਵੀ ਨੇ ਇਸ ਲਾਈਨ ਨੂੰ ਰਿਪੀਟ ਕਿਉਂ ਕੀਤਾ, ਤੇ ਇਸ ਦੇ ਆਨਸਰ ਵਿੱਚ ਅਸੀਂ ਲਿਖ ਸਕਦੇ ਹਾਂ the poet repeats the first line to emphasize his point that the rain is really beautiful। ਤੇ ਇਸ ਗੱਲ ਤੇ ਜ਼ੋਰ ਪਾਉਣ ਲਈ ਐਮਫਸਾਈਜ਼ ਹੁੰਦਾ ਕਿਸੇ ਗੱਲ ਤੇ ਜ਼ੋਰ ਪਾਉਣਾ, ਤੇ ਇਸ ਗੱਲ ਤੇ ਜ਼ੋਰ ਪਾਉਣ ਲਈ ਕਿ ਜਿਹੜਾ ਮੀਂਹ ਵਰਖਾ ਹੈ ਉਹ ਵਾਕਈ ਸੁੰਦਰ ਹੈ, ਵਾਕਈ ਬਿਊਟੀਫੁਲ ਹੈ, ਇਸ ਕਰਕੇ ਪੋਇਟ ਨੇ ਇਸ ਲਾਈਨ ਨੂੰ ਰਿਪੀਟ ਕੀਤਾ। ਅਗਲਾ ਕੁਐਸਚਨ ਹੈ ਵਟ ਗਸ਼ਿਸ ਐਂਡ ਸਟਰਗਲਸ ਆਊਟ। ਤੇ ਕਿਹੜੀ ਚੀਜ਼ ਤੇਜ਼ੀ ਨਾਲ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਟ ਇਜ਼ ਦਾ ਰੇਨ ਵਾਟਰ ਡੈਟ ਗਸ਼ਿਸ ਐਂਡ ਸਟਰਗਲਸ ਆਊਟ। ਮੀਂਹ ਦਾ ਪਾਣੀ ਤੇਜ਼ੀ ਨਾਲ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ। ਅਗਲਾ ਕੁਐਸਚਨ ਹੈ ਵਾਈ ਇਜ਼ ਦਾ ਰੇਨ ਲਾਈਕ ਅ ਟ੍ਰੈਂਪ ਆਫ ਹੂਵਸ। ਤੇ ਕਵੀ ਨੇ ਮੀਂਹ ਨੂੰ ਟ੍ਰੈਂਪ ਆਫ ਹੂਵਸ ਘੋੜੇ ਦੀ ਟੱਪਾਂ ਦੀ ਆਵਾਜ਼ ਨਾਲ ਕੰਪੇਅਰ ਕਿਉਂ ਕੀਤਾ। ਵੈਨ ਦਾ ਰੇਨ ਫਾਲਸ ਔਨ ਰੂਫਸ ਇਟ ਸਾਊਂਡਸ ਲਾਈਕ ਅ ਟ੍ਰੈਂਪ ਆਫ ਹੂਵਸ। ਤੇ ਕਵੀ ਨੇ ਕੰਪੈਰੀਜ਼ਨ ਇਸ ਕਰਕੇ ਕੀਤਾ ਹੈ ਕਿ ਜਦੋਂ ਛੱਤ ਦੇ ਉੱਪਰ ਮੀਂਹ ਦਾ ਪਾਣੀ ਪੈ ਰਿਹਾ ਹੁੰਦਾ ਤੇ ਘੋੜੇ ਦੀ ਟਾਪ ਵਰਗੀ ਆਵਾਜ਼ ਆਉਂਦੀ ਹੈ, ਤੇ ਇਸ ਕਰਕੇ ਕਵੀ ਨੇ ਕੰਪੈਰੀਜ਼ਨ ਕੀਤਾ। ਇਸ ਤੋਂ ਬਾਅਦ ਐਕਟੀਵਿਟੀ 4 ਰੀਡ ਦਾ ਵਰਡਸ ਇਨ ਦਾ ਫੋਲੋਇੰਗ ਟੇਬਲ ਐਂਡ ਡੂ ਐਜ਼ ਡਾਇਰੈਕਟਡ। ਕਿ ਸ਼ਬਦਾਂ ਨੂੰ ਪੜ੍ਹੋ ਤੇ ਹੇਠ ਲਿਖੇ ਅਨੁਸਾਰ ਕਰੋ। ਤੇ ਸਭ ਤੋਂ ਪਹਿਲਾ ਵਰਡ ਹੈ ਬਿਊਟੀਫੁਲ। ਤੇ ਪਹਿਲਾ ਟੇਬਲ ਹੈ ਆਈ ਨੋ ਦਾ ਵਰਡ ਰਾਈਟ ਦਾ ਮੀਨਿੰਗ। ਜੇ ਤੁਹਾਨੂੰ ਇਸ ਦਾ ਅਰਥ ਪਤਾ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ, ਤੇ ਜੇ ਤੁਹਾਨੂੰ ਨਹੀਂ ਪਤਾ ਤਾਂ ਨੈਕਸਟ ਟੇਬਲ ਦੇ ਅੱਗੇ ਤੁਸੀਂ ਕ੍ਰੋਸ ਪਾ ਸਕਦੇ ਹੋ, ਆਈ ਡੋਂਟ ਨੋ ਪੁੱਟ ਅ ਕ੍ਰੋਸ। ਤੇ ਉਸ ਤੋਂ ਬਾਅਦ ਹੈ ਗਿਵ ਯੋਰਸੈਲਫ 1 ਮਾਰਕ ਇਫ ਯੂ ਨੋ ਦਾ ਮੀਨਿੰਗ। ਜੇ ਤੁਹਾਨੂੰ ਪਤਾ ਤੇ ਤੁਸੀਂ ਠੀਕ ਲਿਖਿਆ ਤਾਂ ਤੁਸੀਂ 1 ਨੰਬਰ ਹੈ ਉਸ ਦੇ ਅੱਗੇ ਐਡ ਕਰ ਦੋਗੇ, ਲਿਪ ਪਾ ਦੋਗੇ। ਤੇ ਐਂਡ ਵਿੱਚ ਤੁਸੀਂ ਦੇਖਣਾ ਵੀ ਤੁਸੀਂ ਕਿੰਨਾ ਇਸ ਦੇ ਉੱਤਰ ਵਿੱਚ ਸਕੋਰ ਕੀਤਾ। ਤੇ ਬਿਊਟੀਫੁਲ ਦਾ ਅਰਥ ਹੁੰਦਾ ਪ੍ਰੀਟੀ, ਸੁੰਦਰ। ਡਸਟ, ਡਸਟ ਹੁੰਦਾ ਸਮਾਲ ਪਾਰਟੀਕਲਸ ਆਫ ਸੋਇਲ, ਮਿੱਟੀ ਦੇ ਛੋਟੇ ਛੋਟੇ ਕਣ। ਫਾਇਰੀ, ਫਾਇਰੀ ਹੁੰਦਾ ਵੈਰੀ ਹੌਟ, ਬਹੁਤ ਗਰਮ। ਸਟਰੀਟ, ਅ ਪਬਲਿਕ ਰੋਡ, ਕਿ ਗਲੀ ਨੂੰ ਵੀ ਅਸੀਂ ਸਟਰੀਟ ਹੈ ਉਹ ਕਹਿ ਸਕਦੇ ਹਾਂ। ਲੇਨ, ਅ ਨੈਰੋ ਰੋਡ, ਪਤਲੀ ਜਿਹੀ ਗਲੀ। ਕਲੈਟਰਸ, ਕਲੈਟਰਸ ਹੁੰਦਾ ਰੈਟਲਿੰਗ ਸਾਊਂਡ ਜਾਂ ਟਿਪ ਟਿਪ ਦੀ ਆਵਾਜ਼। ਟ੍ਰੈਂਪ ਆਫ ਹੂਵਸ ਤੇ ਨੋਇਜ਼ ਪ੍ਰੋਡਿਊਸਡ ਵੈਨ ਹੋਰਸ ਗੈਲਪਸ, ਕਿ ਘੋੜੇ ਦੀ ਟਪ ਟਪ ਦੀ ਆਵਾਜ਼। ਗਸ਼ਿਸ, ਫਲੋਸ ਆਊਟ ਆਫ ਸਮਥਿੰਗ, ਕਿਸੇ ਚੀਜ਼ ਦਾ ਬਾਹਰ ਵਹਿਣਾ। ਓਵਰਫਲੋਇੰਗ, ਫਲੋਇੰਗ ਓਵਰ ਅ ਸਰਫੇਸ, ਵਹਿਣਾ, ਓਵਰਫਲੋ ਕਰਨਾ। ਸਵਿਫਟ, ਸਵਿਫਟ ਦਾ ਮਤਲਬ ਹੁੰਦਾ ਵੈਰੀ ਫਾਸਟ, ਬਹੁਤ ਤੇਜ਼। ਤੇ ਹੁਣ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਸੀਂ 10 ਵਿੱਚੋਂ ਕਿੰਨਾ ਸਕੋਰ ਕੀਤਾ ਹੈ। ਇਸ ਤੋਂ ਬਾਅਦ ਹੈ ਲਰਨਿੰਗ ਟੂ ਲਿਸਨ। ਦਾ ਟੀਚਰ ਵਿਲ ਰੀਡ ਦਾ ਫੋਲੋਇੰਗ ਪੈਸੇਜ ਵਨਸ, ਸਟੂਡੈਂਟਸ ਮਸਟ ਕੰਪਲੀਟ ਦਾ ਫੋਲੋਇੰਗ ਬਲੈਂਕਸ। ਤੇ ਹੁਣ ਟੀਚਰ ਤੁਹਾਡੇ ਅੱਗੇ ਪੈਸੇਜ ਨੂੰ ਪੜ੍ਹੇਗਾ ਜਾਂ ਪੜ੍ਹੇਗੀ ਤੇ ਤੁਸੀਂ ਖਾਲੀ ਥਾਵਾਂ ਭਰਨੀਆਂ। ਤੇ ਇਸ ਵਿੱਚ ਅਸੀਂ ਪੜ੍ਹ ਸਕਦੇ ਹਾਂ ਰੇਨ ਕਮਸ ਐਜ਼ ਅ ਸਾਈ ਆਫ ਰਿਲੀਫ। ਸਾਈ ਆਫ ਰਿਲੀਫ ਹੁੰਦਾ ਸੁੱਖ ਦਾ ਸਾਹ। ਆਫਟਰ ਹੀਟ ਐਂਡ ਡਸਟ ਆਫ ਦ ਡੇ, rain is a wonderful gift of nature to all living beings. If there is no rain, crops will not grow. All vegetation will wither away. We cannot think of life in this world without rain. ਤੇ ਇਸ ਪੈਰਾਗ੍ਰਾਫ ਵਿੱਚ ਸਾਨੂੰ ਰੇਨ ਦੇ ਬੈਨੀਫਿਟਸ ਹੈ ਉਹ ਦੱਸੇ ਗਏ ਹਨ।
ਹੁਣ ਅਸੀਂ ਕਰਾਂਗੇ ਐਕਟੀਵਿਟੀ 6 ਥਿੰਕ ਪੇਅਰ ਸ਼ੇਅਰ। Students will work in pairs to do following activity. You may take notes of what your partner says. Just write points. ਤੇ ਆਪਣੇ ਪਾਰਟਨਰ ਨਾਲ ਡਿਸਕਸ ਕਰਨਾ ਹੈ। ਕੀ ਡਿਸਕਸ ਕਰਨਾ ਹੈ? ਡੂ ਯੂ, ਪਹਿਲਾ ਕੁਐਸਚਨ ਹੈ ਡੂ ਯੂ ਲਾਈਕ ਦ ਰੇਨ, ਵਾਈ ਜਾਂ ਵਾਈ ਨਾਟ। ਟੈਲ ਯੂਰ ਪਾਰਟਨਰ ਅਬਾਊਟ ਇਟ। ਕੀ ਤੁਹਾਨੂੰ ਰੇਨ ਹੈ ਉਹ ਵਧੀਆ ਲੱਗਦੀ ਹੈ, ਕਿਉਂ ਵਧੀਆ ਲੱਗਦੀ ਹੈ, ਜੇ ਵਧੀਆ ਨਹੀਂ ਲੱਗਦੀ ਤੇ ਕਿਉਂ ਨਹੀਂ ਲੱਗਦੀ, ਤੇ ਆਪਣੇ ਪਾਰਟਨਰ ਨੂੰ ਦੱਸੋ। ਤੇ ਇਸ ਦੇ ਆਨਸਰ ਵਿੱਚ ਅਸੀਂ ਇਹ ਲਿਖ ਸਕਦੇ ਹਾਂ, ਯੈਸ ਆਈ ਲਾਈਕ ਦ ਰੇਨ ਬਿਕੋਜ਼ ਇਟ ਬ੍ਰਿੰਗਸ ਰਿਲੀਫ ਫਰੋਮ ਦ ਡਸਟ ਐਂਡ ਹੀਟ। ਕਿ ਸਾਨੂੰ ਜਿਹੜੀ ਹੈ ਰਾਹਤ ਮਿਲਦੀ ਹੈ ਗਰਮੀ ਤੋਂ ਤੇ ਡਸਟ ਤੋਂ, ਇਸ ਕਰਕੇ ਸਾਨੂੰ ਰੇਨ ਵਧੀਆ ਲੱਗਦੀ ਹੈ। ਅਗਲਾ, ਵਾਈ ਇਜ਼ ਰੇਨ ਲਾਈਕ ਟ੍ਰੈਂਪ ਆਫ ਹੂਫਸ, ਡਿਸਕਸ ਵਿਦ ਯੂਰ ਪਾਰਟਨਰ। ਤੇ ਕਵੀ ਨੇ ਰੇਨ ਨੂੰ ਟ੍ਰੈਂਪ ਆਫ ਹੂਫਸ ਦੇ ਸਮਾਨ ਕਿਉਂ ਕਿਹਾ? ਟ੍ਰੈਂਪ ਆਫ ਹੂਫਸ ਹੁੰਦਾ ਕਿ ਘੋੜੇ ਦੀ ਖੜਖੜ ਦੀ ਆਵਾਜ਼ ਨਾਲ ਕਿਉਂ ਕੰਪੇਅਰ ਕੀਤਾ ਕਵੀ ਨੇ? ਬਿਕੋਜ਼ ਵੈਨ ਦ ਰੇਨ ਫਾਲਸ ਔਨ ਰੂਫਸ ਇਟ ਸਾਊਂਡਸ ਲਾਈਕ ਅ ਟ੍ਰੈਂਪ ਆਫ ਹੂਫਸ। ਕਿਉਂਕਿ ਜਦੋਂ ਛੱਤ ਦੇ ਉੱਪਰ ਪਾਣੀ ਪੈ ਰਿਹਾ ਹੁੰਦਾ ਤੇ ਘੋੜੇ ਦੇ ਟਾਪ ਵਰਗੀ ਆਵਾਜ਼ ਆਉਂਦੀ ਹੈ, ਤੇ ਇਸ ਕਰਕੇ ਕਵੀ ਨੇ ਅਜਿਹਾ ਕਿਹਾ ਹੈ। ਇਸ ਤੋਂ ਬਾਅਦ ਐਕਟੀਵਿਟੀ 7 ਵਟ ਵਰਡਸ ਵੁੱਡ ਯੂ ਲਾਈਕ ਟੂ ਡਿਸਕ੍ਰਾਈਬ ਦ ਰੇਨ, ਮੇਕ ਅ ਲਿਸਟ। ਕਿ ਤੁਸੀਂ ਰੇਨ ਨੂੰ, ਮੀਂਹ ਨੂੰ ਕਿੰਨਾ ਵਰਡਸ ਨਾਲ ਡਿਸਕ੍ਰਾਈਬ ਕਰਨਾ ਚਾਹੁੰਦੇ ਹੋ ਤੇ ਸਾਨੂੰ ਦੱਸੋ। ਬਿਊਟੀਫੁਲ, ਐਲੀਗੈਂਟ, ਗ੍ਰੇਸਫੁਲ, ਕੂਲ, ਪਲੇਜ਼ੈਂਟ। ਤੇ ਅਸੀਂ ਇੱਕ ਵਾਰੀ ਇਹਨਾਂ ਦੇ ਅਰਥ ਵੀ ਸਮਝ ਲੈਂਦੇ ਹਾਂ। ਬਿਊਟੀਫੁਲ ਦਾ ਮਤਲਬ ਹੁੰਦਾ ਸੁੰਦਰ, ਐਲੀਗੈਂਟ ਦਾ ਮਤਲਬ ਹੁੰਦਾ ਸ਼ਾਨਦਾਰ, ਗ੍ਰੇਸਫੁਲ ਵੀ ਸੁੰਦਰ ਨੂੰ ਕਿਹਾ ਜਾਂਦਾ, ਕੂਲ ਦਾ ਮਤਲਬ ਠੰਡਾ, ਤੇ ਪਲੇਜ਼ੈਂਟ ਦਾ ਮਤਲਬ ਸੁਹਾਵਣਾ। ਤੇ ਹੁਣ ਅਸੀਂ ਲਰਨਿੰਗ ਲੈਂਗੁਏਜ ਗ੍ਰਾਮਰ ਸਿੱਖਾਂਗੇ। ਪੰਚੁਏਸ਼ਨ, ਕਿ ਅਸੀਂ ਵਿਸਰਾਮ ਚਿੰਨ੍ਹ ਲਾਣਾ ਸਿੱਖਾਂਗੇ। ਪੰਚੁਏਸ਼ਨ ਮੀਨਸ ਪੁਟਿੰਗ ਫੁੱਲ ਸਟਾਪਸ, commas, question marks, etc. at the right place in a piece of writing. Punctuation helps to separate one sentence from another sentence, one part of sentence from another. The important marks of punctuation are capital letters, full stop, comma, question mark, exclamation mark. In this lesson, we will concentrate on capital letters only. ਤੇ ਜਿਹੜੇ ਪੰਚੁਏਸ਼ਨ ਮਾਰਕਸ ਹੁੰਦੇ ਨੇ ਸਾਨੂੰ ਇੱਕ ਵਾਕ ਤੋਂ ਦੂਜੇ ਵਾਕ ਨੂੰ ਅਲੱਗ ਕਰਨ ਲਈ, ਜਾਂ ਇੱਕ ਵਾਕ ਦੇ ਇੱਕ ਹਿੱਸੇ ਨੂੰ ਦੂਜੇ ਹਿੱਸੇ ਨਾਲ ਅਲੱਗ ਕਰਨ ਲਈ ਯੂਜ਼ ਹੁੰਦੇ ਨੇ। ਤੇ ਮਹੱਤਵਪੂਰਨ ਪੰਚੁਏਸ਼ਨ ਮਾਰਕਸ ਹੈਗੇ ਹਨ ਕੈਪੀਟਲ ਲੈਟਰਸ ਕੀ ਵੱਡੇ ਅੱਖਰ, ਫੁੱਲ ਸਟਾਪ ਹੋ ਗਿਆ, ਉਸ ਤੋਂ ਬਾਅਦ ਕੋਮਾ, ਕੁਐਸਚਨ ਮਾਰਕ ਤੇ ਐਕਸਕਲੇਮੇਸ਼ਨ ਮਾਰਕ। ਪਰ ਇਸ ਵਿੱਚ ਅਸੀਂ ਕੈਪੀਟਲ ਲੈਟਰਸ ਹੈ ਉਹ ਹੀ ਸਿੱਖਾਂਗੇ ਕਿ ਕੈਪੀਟਲ ਲੈਟਰਸ ਦਾ ਯੂਜ਼, ਉਸ ਦੀ ਵਰਤੋਂ ਅਸੀਂ ਕਦੋਂ ਕਰਨੀ ਹੈ। ਤੇ ਇੱਥੇ ਸਾਨੂੰ ਦੱਸਿਆ ਗਿਆ ਕਿ ਸਮ ਪੀਪਲ ਯੂਜ਼ ਕੈਪੀਟਲ ਲੈਟਰਸ wherever they feel like. It is not right to use capital wherever we like. There are some rules to use capital letters. ਵੀ ਕਈ ਲੋਕ ਹੁੰਦੇ ਨੇ ਜਦੋਂ ਮਨ ਕਰੇ ਉਦੋਂ ਕੈਪੀਟਲ ਲੈਟਰ ਦੀ ਵਰਤੋਂ ਕਰ ਲੈਂਦੇ ਨੇ, ਪਰ ਇਹ ਕਰਨਾ ਗਲਤ ਹੈ ਕਿਉਂਕਿ ਇਸ ਦੇ ਕੁਝ ਰੂਲਸ, ਕੁਝ ਨਿਯਮ ਹੈਗੇ ਹਨ। ਤੇ ਇਸ ਤੋਂ ਬਾਅਦ ਸਾਨੂੰ ਦੱਸਿਆ ਗਿਆ there are different uses of capitals, ਕਿ ਅਸੀਂ ਕਦੋਂ ਕੈਪੀਟਲ ਲੈਟਰ ਦਾ ਯੂਜ਼ ਕਰਨਾ ਹੈ। The first word in a sentence, ਵਾਕ ਵਿੱਚ ਪਹਿਲਾ ਸ਼ਬਦ ਹਮੇਸ਼ਾ ਕੈਪੀਟਲ ਹੀ ਹੋਣਾ ਚਾਹੀਦਾ ਹੈ। ਐਗਜ਼ਾਮਪਲਸ ਦਿੱਤੇ ਗਏ ਹਨ, she was late for the film, he came back soon। ਤੇ ਇੱਕ ਰੂਲ ਸਾਨੂੰ ਪਤਾ ਲੱਗਿਆ। ਦੂਜਾ ਰੂਲ, ਦਾ ਵਰਡ ਆਈ ਐਂਡ ਪੀਪਲਸ ਨੇਮ, ਜਦੋਂ ਅਸੀਂ ਆਈ ਲਿਖਾਂਗੇ ਜਾਂ ਕਿਸੇ ਦਾ ਨਾਂ ਲਿਖਾਂਗੇ ਤਾਂ ਵੀ ਅਸੀਂ ਕੈਪੀਟਲ ਦੀ ਵਰਤੋਂ ਕਰਨੀ ਹੈ, ਭਾਵੇਂ ਉਹ ਸੈਂਟੈਂਸ ਦੇ ਵਿਚਕਾਰ ਹੀ ਕਿਉਂ ਨਾ ਹੋਵੇ। ਐਗਜ਼ਾਮਪਲਸ, ਉਦਾਹਰਨਾਂ, ਰਾਧਿਕਾ ਲਿਵਸ ਟੂ ਡਰਾਈਵ ਸਲੋ ਬਟ ਆਈ ਲਾਈਕ ਟੂ ਡਰਾਈਵ ਫਾਸਟ। ਇਸ ਵਿੱਚ ਰਾਧਿਕਾ ਉਹ ਕੈਪੀਟਲ ਹੈ ਤੇ ਆਈ ਵੀ ਕੈਪੀਟਲ ਹੈ। ਇਸ ਤੋਂ ਬਾਅਦ ਸ਼ੀਨਾ ਲਾਈਕਸ ਐਪਲਸ, ਤੇ ਸ਼ੀਨਾ ਦਾ ਐਸ ਹੋ ਗਿਆ ਕੈਪੀਟਲ। ਥਰਡ ਰੂਲ ਹੈ ਦਾ ਨੇਮਸ ਆਫ ਪਲੇਸਿਸ, ਇੰਸਟੀਟਿਊਸ਼ਨਸ ਐਂਡ ਲੈਂਗੁਏਜਸ, ਕਿਸੇ ਥਾਂ ਦਾ ਨਾਂ, ਕਿਸੇ ਇੰਸਟੀਟਿਊਸ਼ਨ ਦਾ ਨਾਮ ਜਾਂ ਕਿਸੇ ਭਾਸ਼ਾ ਦਾ ਨਾਮ, ਉੱਥੇ ਵੀ ਕੈਪੀਟਲ ਹੈਗਾ। ਇੰਸਟੀਟਿਊਸ਼ਨ ਹੁੰਦਾ ਵੀ ਜਿੱਥੇ ਪੜ੍ਹਾਈ ਕਰਾਈ ਜਾਂਦੀ ਹੈ, ਜਿਵੇਂ ਆਈ ਸਟੱਡੀਡ ਐਟ ਕੇਂਦਰੀ ਵਿਦਿਆਲਿਆ ਅੰਮ੍ਰਿਤਸਰ, ਤੇ ਕੇਂਦਰੀ ਵਿਦਿਆਲਿਆ ਕੈਪੀਟਲ, ਅੰਮ੍ਰਿਤਸਰ ਵੀ ਕੈਪੀਟਲ। ਤੇ ਲੈਂਗੁਏਜ ਦਾ ਨਾਮ ਵੀ ਕੈਪੀਟਲ ਹੋਣਾ ਚਾਹੀਦਾ, ਜਿਵੇਂ ਅਗਲੀ ਐਗਜ਼ਾਮਪਲ ਹੈ ਮੋਸਟ ਪੀਪਲ ਇਨ ਦ ਵਰਲਡ ਸਪੀਕ ਸਪੈਨਿਸ਼ ਲੈਂਗੁਏਜ, ਤੇ ਸਪੈਨਿਸ਼ ਦਾ ਐਸ ਕੈਪੀਟਲ। ਇਸ ਤੋਂ ਬਾਅਦ ਹੈ ਪ੍ਰੋਡਕਟ ਨੇਮਸ, ਜਦੋਂ ਕਿਸੇ ਪ੍ਰੋਡਕਟ ਦਾ, ਕਿਸੇ ਉਤਪਾਦ ਦਾ ਨਾਂ ਲਿਆ ਜਾਏ ਤਾਂ ਉਦੋਂ ਵੀ ਕੈਪੀਟਲ ਵਿੱਚ ਕੈਪੀਟਲ ਹੈ ਉਹ ਯੂਜ਼ ਹੁੰਦਾ, ਜਿਵੇਂ ਆਈ ਯੂਜ਼ ਲਕਸ ਸੋਪ, ਇਸ ਵਿੱਚ ਐਲ ਕੈਪੀਟਲ ਹੈ। ਤੇ ਮਾਈ ਸੈਮਸੰਗ ਫੋਨ ਵਾਜ਼ ਸਟੋਲਨ, ਤੇ ਇਸ ਵਿੱਚ ਸੈਮਸੰਗ ਹੋਏਗਾ, ਸੈਮਸੰਗ ਦਾ ਐਸ ਹੈ ਕੈਪੀਟਲ ਹੋਏਗਾ, ਤੇ ਇਸ ਦਾ ਰੂਲ ਹੈ ਪ੍ਰੋਡਕਟ ਨੇਮ ਦਾ। ਇਸ ਤੋਂ ਬਾਅਦ ਹੈ ਕੈਲੰਡਰ ਆਈਟਮਸ, ਕਿਸੇ ਕੋਈ ਤਿਉਹਾਰ ਹੋਏ ਤਾਂ ਵੀ ਅਸੀਂ ਕੈਪੀਟਲ ਯੂਜ਼ ਕਰਨਾ, ਜਾਂ ਕਿਸੇ ਦਿਨ ਦਾ ਨਾ ਹੋਏ, ਜਿਵੇਂ ਆਈ ਸੈਂਡ ਮਾਈ ਫਰੈਂਡ ਦੀਵਾਲੀ ਕਾਰਡ ਵਾਈਲ ਸ਼ੀ ਸੈਂਟ ਮੀ ਅ ਕ੍ਰਿਸਮਸ ਕਾਰਡ। ਇੱਥੇ ਦੀਵਾਲੀ ਦਾ ਡੀ ਤੇ ਕ੍ਰਿਸਮਸ ਦਾ ਸੀ ਕੈਪੀਟਲ ਹੈ। ਸੰਜੇ ਡਜ਼ ਨਾਟ ਲਾਈਕ ਗੋਇੰਗ ਟੂ ਦ ਆਫਿਸ ਔਨ ਮੰਡੇ, ਤੇ ਮੰਡੇ ਵੀ ਕੈਲੰਡਰ ਡੇ ਹੈ ਤੇ ਇਸ ਕਰਕੇ ਮੰਡੇ ਦਾ ਐਮ ਹੈ ਕੈਪੀਟਲ ਹੈ। ਇਸ ਤੋਂ ਬਾਅਦ ਮੰਥ ਦਾ ਨਾਂ ਦਾ ਐਗਜ਼ਾਮਪਲ ਦਿੱਤਾ ਗਿਆ, ਮਾਈ ਬਰਥਡੇ ਫਾਲਸ ਇਨ ਮਾਰਚ, ਤੇ ਮਾਰਚ ਦਾ ਐਮ ਕੈਪੀਟਲ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਦਾ ਨੇਮ ਆਫ ਸੀਜ਼ਨਸ ਆਰ ਨਾਟ ਰਿਟਨ ਵਿਦ ਅ ਕੈਪੀਟਲ। ਜਦੋਂ ਕਿਸੇ ਮੌਸਮ ਦਾ ਨਾਂ ਹੈ ਜਿਵੇਂ ਸਮਰ, ਵਿੰਟਰ, ਤੇ ਉੱਥੇ ਕੈਪੀਟਲ ਦੀ ਵਰਤੋਂ ਨਹੀਂ ਕਰਨੀ, ਜਿਵੇਂ ਕਿ ਲਾਈਕ ਕ੍ਰਿਕਟ, ਬੇਸਬਾਲ ਇਜ਼ ਪਲੇਡ ਇਨ ਸਮਰ, ਤੇ ਐਸ ਸਮॉल ਹੀ ਆਏਗਾ। ਤੇ ਇਸ ਤੋਂ ਬਾਅਦ ਹੈ ਮੇਨ ਵਰਡਸ ਇਨ ਟਾਈਟਲਸ।
ਤੇ ਜਦੋਂ ਟਾਈਟਲ ਦਾ ਨਾਮ, ਜਦੋਂ ਟਾਈਟਲ ਦਾ ਜਿਹੜਾ ਮੇਨ ਵਰਡ ਹੁੰਦਾ ਤੇ ਉੱਥੇ ਵੀ ਕੈਪੀਟਲ ਹੈ। ਤੇ ਜਿਵੇਂ ਦਾ ਨੇਮ ਆਫ ਮਾਈ ਡਾਕਟਰ ਇਜ਼ ਡਾਕਟਰ ਅਗਰਵਾਲ, ਤੇ ਡਾਕਟਰ ਦਾ ਡੀ ਤੇ ਅਗਰਵਾਲ ਦਾ ਏ ਕੈਪੀਟਲ ਆਏਗਾ। ਤੇ ਜਦੋਂ ਕਿਸੇ ਬੁੱਕ ਦਾ ਟਾਈਟਲ ਹੈ ਉੱਥੇ ਵੀ ਕੈਪੀਟਲ ਦੀ ਵਰਤੋਂ ਕਰਨੀ ਹੈ। ਜਿਵੇਂ ਮਾਈ ਫੇਵਰੇਟ ਬੁੱਕ ਇਜ਼ 5 ਰਨ ਅਵੇ ਟੂਗੇਦਰ ਬਾਏ ਐਨਿਟ ਬਲਾਈਟਨ, ਤੇ 5 ਦਾ ਐਫ ਕੈਪੀਟਲ, ਰਨ ਦਾ ਆਰ ਕੈਪੀਟਲ, ਅਵੇ ਦਾ ਏ ਕੈਪੀਟਲ, ਟੂਗੇਦਰ ਦਾ ਟੀ ਕੈਪੀਟਲ। ਤੇ ਉਸ ਤੋਂ ਬਾਅਦ ਰਾਈਟਰ ਦਾ ਨਾਮ, ਉਸ ਦੇ ਵੀ ਪਹਿਲੇ ਅੱਖਰ ਕੈਪੀਟਲ ਹਨ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 8, ਯੂਜ਼ ਕੈਪੀਟਲ ਲੈਟਰਸ ਵੇਅਰਐਵਰ ਨੀਡਡ ਇਨ ਦ ਫੋਲੋਇੰਗ ਸੈਂਟੈਂਸਸ। ਜਿਵੇਂ ਸ਼ੀ ਇਜ਼ ਅ ਗੁੱਡ ਸਿੰਗਰ, ਇਸ ਵਿੱਚ ਪਹਿਲਾ ਐਸ ਹੈ ਉਹ ਕੈਪੀਟਲ ਆਏਗਾ, ਤੇ ਅਸੀਂ ਇਸ ਨੂੰ ਰੀਰਾਈਟ ਕਰਾਂਗੇ, ਸ਼ੀ ਇਜ਼ ਅ ਗੁੱਡ ਸਿੰਗਰ ਐਸ ਕੈਪੀਟਲ। ਆਰ ਯੂ ਅ ਗੁੱਡ ਸਿੰਗਰ, ਇਸ ਵਿੱਚ ਏ ਕੈਪੀਟਲ ਆਏਗਾ। ਇਸ ਤੋਂ ਬਾਅਦ ਡਸ ਪ੍ਰਤਿਮਾ ਲਿਵ ਇਨ ਮੁੰਬਈ, ਤੇ ਇਸ ਵਿੱਚ ਡਸ ਦਾ ਡੀ ਕੈਪੀਟਲ ਆਏਗਾ, ਪ੍ਰਤਿਮਾ ਦਾ ਪੀ ਕੈਪੀਟਲ ਆਏਗਾ, ਮੁੰਬਈ ਦਾ ਐਮ ਕੈਪੀਟਲ ਆਏਗਾ। ਇਸ ਤੋਂ ਬਾਅਦ ਸੌਰਵ ਲਿਵਸ ਇਨ ਦਿੱਲੀ ਬਟ ਆਈ ਲਿਵ ਇਨ ਚੰਡੀਗੜ੍ਹ, ਤੇ ਸੌਰਵ ਦਾ ਐਸ ਕੈਪੀਟਲ ਆਏਗਾ, ਦਿੱਲੀ ਦਾ ਡੀ ਕੈਪੀਟਲ ਆਏਗਾ, ਆਈ ਕੈਪੀਟਲ ਆਏਗਾ, ਤੇ ਚੰਡੀਗੜ੍ਹ ਦਾ ਸੀ ਕੈਪੀਟਲ ਆਏਗਾ। ਇਸ ਤੋਂ ਬਾਅਦ ਆਈ ਵੈਂਟ ਟੂ ਦ ਲਾਇਬ੍ਰੇਰੀ ਟੂ ਬੋਰੋ ਬੁੱਕਸ ਰਿਟਨ ਬਾਏ ਪ੍ਰੇਮਚੰਦ, ਤੇ ਆਈ ਕੈਪੀਟਲ ਆਏਗਾ, ਤੇ ਪ੍ਰੇਮਚੰਦ ਦਾ ਪੀ ਕੈਪੀਟਲ ਆਏਗਾ। ਡੂ ਯੂ ਹੈਵ ਅ ਸੈਮਸੰਗ ਫੋਨ, ਇਸ ਵਿੱਚ ਡੂ ਦਾ ਡੀ ਕੈਪੀਟਲ ਆਏਗਾ, ਤੇ ਸੈਮਸੰਗ ਦਾ ਐਸ ਕੈਪੀਟਲ ਆਏਗਾ। ਵਾਈ ਇਜ਼ ਫੈਬਰਰੀ 29 ਇੰਪੋਰਟੈਂਟ, ਤੇ ਵਾਈ ਦਾ ਡਬਲਿਊ ਕੈਪੀਟਲ ਆਏਗਾ, ਫਰਵਰੀ ਦਾ ਐਫ ਕੈਪੀਟਲ ਆਏਗਾ। ਇਸ ਤੋਂ ਬਾਅਦ ਐਲਬਰਟ ਆਇਨਸਟਾਈਨ ਵਾਜ਼ ਅ ਫੇਮਸ ਸਾਇੰਟਿਸਟ, ਤੇ ਐਲਬਰਟ ਦਾ ਏ ਕੈਪੀਟਲ, ਆਇਨਸਟਾਈਨ ਦਾ ਈ ਕੈਪੀਟਲ ਆਏਗਾ। ਜਗਦੀਸ਼ ਚੰਦਰ ਬੋਸ ਵਾਜ਼ ਐਨ ਇੰਡੀਅਨ ਸਾਇੰਟਿਸਟ, ਤੇ ਜਗਦੀਸ਼ ਦਾ ਜੇ ਕੈਪੀਟਲ, ਚੰਦਰ ਦਾ ਸੀ ਕੈਪੀਟਲ, ਬੋਸ ਦਾ ਬੀ ਕੈਪੀਟਲ, ਤੇ ਇੰਡੀਅਨ ਦਾ ਆਈ ਕੈਪੀਟਲ ਆਏਗਾ। ਤੇ ਇਸ ਤੋਂ ਬਾਅਦ ਆਈ ਵਿਲ ਬਾਏ ਸੋਨੀ ਟੈਲੀਵਿਜ਼ਨ ਫਰੋਮ ਦਿੱਲੀ, ਤੇ ਆਈ ਕੈਪੀਟਲ ਆਏਗਾ ਪਹਿਲਾ, ਸੋਨੀ ਦਾ ਐਸ ਕੈਪੀਟਲ ਆਏਗਾ, ਤੇ ਦਿੱਲੀ ਦਾ ਡੀ ਕੈਪੀਟਲ ਆਊਗਾ। ਤੇ ਇਸ ਤੋਂ ਬਾਅਦ ਲਾਸਟ ਐਕਟੀਵਿਟੀ 9, ਲੁੱਕ ਐਟ ਦ ਫੋਲੋਇੰਗ ਸੈਂਟੈਂਸਸ ਕੇਅਰਫੁਲੀ ਐਂਡ ਡੂ ਐਜ਼ ਡਾਇਰੈਕਟਡ। ਤੇ ਇੱਥੇ ਸਭ ਤੋਂ ਪਹਿਲਾਂ ਸਾਨੂੰ ਵਾਕ ਦਿੱਤੇ ਗਏ ਹਨ। ਰਾਮ ਪਲੇਸ ਲਾਈਕ ਧੋਨੀ, ਰਾਮ ਰਨਸ ਲਾਈਕ ਅ ਹਾਰਸ, ਰਾਮ ਈਟਸ ਲਾਈਕ ਅ ਸਪੈਰੋ, ਰਾਮ ਬੈਟਸ ਲਾਈਕ ਤੇਂਦੁਲਕਰ, ਰਾਮ ਲੁਕਸ ਲਾਈਕ ਹਿਜ਼ ਫਾਦਰ। ਤੇ ਵਟ ਇਜ਼ ਕਾਮਨ ਇਨ ਦੀਸ ਲਾਈਨਸ, ਕੀ ਇਨ ਦੀਸ ਸੈਂਟੈਂਸਸ, ਕਿ ਇਹਨਾਂ ਸੈਂਟੈਂਸਸ ਵਿੱਚ ਕੀ ਕਾਮਨ ਹੈ? ਇਹ ਗੱਲ ਕਾਮਨ ਹੈ ਕਿ ਰਾਮ ਇਜ਼ ਲਾਈਕ ਸਮਵਨ ਐਲਸ, ਕਿ ਰਾਮ ਕਿਸੇ ਹੋਰ ਦੀ ਤਰ੍ਹਾਂ ਹੈ। ਤੇ ਜਿਵੇਂ ਰਾਮ ਇਜ਼ ਲਾਈਕ ਧੋਨੀ, ਹਾਰਸ, ਸਪੈਰੋ, ਤੇਂਦੁਲਕਰ, ਹਿਜ਼ ਫਾਦਰ। the qualities of the people are there in ਰਾਮ, ਕਿ ਉਹਨਾਂ ਧੋਨੀ ਦੀ ਕੁਆਲਿਟੀ ਰਾਮ ਵਿੱਚ ਹੈ, ਹਾਰਸ ਦੀ ਕੁਆਲਿਟੀ ਰਾਮ ਵਿੱਚ ਹੈ, ਸਪੈਰੋ ਤੇ ਤੇਂਦੁਲਕਰ ਤੇ ਹਿਸ ਫਾਦਰ ਦੀ ਕੁਆਲਿਟੀ ਵੀ ਰਾਮ ਵਿੱਚ ਹੈ। ਨੇ ਹੁਣ ਅਸੀਂ ਇਹ ਸਿੱਖਿਆ ਕਿ ਲਾਈਕ ਇਜ਼ ਯੂਜ਼ਡ ਟੂ ਕੰਪੇਅਰ ਟੂ ਡਿਫਰੈਂਟ ਪੀਪਲ ਜਾਂ ਥਿੰਗਸ। ਜਦੋਂ ਅਸੀਂ ਕਿਸੇ ਦਾ ਕੰਪੈਰੀਜ਼ਨ ਕਰਦੇ ਹਾਂ, ਕਿਸੇ ਦੀ ਤੁਲਨਾ ਕਰਦੇ ਹਾਂ, ਤਾਂ ਉਦੋਂ ਅਸੀਂ ਲਾਈਕ ਦੀ ਵਰਤੋਂ ਕਰਦੇ ਹਾਂ। ਇਨ ਦਿਸ ਪੋਇਮ ਆਲਸੋ ਲਾਈਕ ਇਜ਼ ਯੂਜ਼ਡ ਇਨ ਅ ਸਿਮਿਲਰ ਵੇ, ਤੇ ਇਸ ਪੋਇਮ ਵਿੱਚ ਵੀ ਲਾਈਕ ਦੀ ਇਸੇ ਤਰ੍ਹਾਂ ਹੀ ਵਰਤੋਂ ਕੀਤੀ ਗਈ ਹੈ। ਲਾਈਕ ਅ ਟਰੈਂਪ ਆਫ ਹੂਵਸ, ਜਿਵੇਂ ਕਿ ਰੇਨ ਦੀ ਸਾਊਂਡ ਨੂੰ ਟਰੈਂਪ ਆਫ ਹੂਵਸ, ਘੋੜੇ ਦੀ ਟਪ ਟਪ ਦੀ ਆਵਾਜ਼ ਨਾਲ ਕੰਪੇਅਰ ਕੀਤਾ ਗਿਆ। ਲਾਈਕ ਅ ਰਿਵਰ ਡਾਊਨ ਦ ਗਟਰ ਰੋਡਸ, ਤੇ ਜਦੋਂ ਪਾਣੀ ਜਾ ਰਿਹਾ, ਰੇਨ ਵਾਟਰ ਜਾ ਰਿਹਾ, ਤੇ ਉਸ ਨੂੰ ਨਦੀ ਦੇ ਪਾਣੀ ਦੇ ਨਾਲ ਕੰਪੇਅਰ ਕੀਤਾ ਗਿਆ ਕਿ ਨਦੀ ਦਾ ਪਾਣੀ ਗਟਰ ਵਿੱਚ ਜਾ ਰਿਹਾ। ਤੇ ਉਸ ਤੋਂ ਬਾਅਦ ਸਾਨੂੰ ਕਿਹਾ ਗਿਆ ਰੀਡ ਦ ਸੈਂਟੈਂਸਸ ਗਿਵਨ ਬਿਲੋ ਐਂਡ ਅੰਡਰਲਾਈਨ 2 ਥਿੰਗਸ ਦੈਟ ਹੈਵ ਸੇਮ ਕੁਆਲਿਟੀ, ਆਲਸੋ ਐਨਸਰਕਲ ਦ ਕੁਆਲਿਟੀ। ਫੋਰ ਐਗਜ਼ਾਮਪਲ ਉਸ਼ਾ ਰਨਸ ਲਾਈਕ ਅ ਹਾਰਸ, ਕਿ ਅਸੀਂ ਅੰਡਰਲਾਈਨ ਕਰਨਾ 2 ਚੀਜ਼ਾਂ ਨੂੰ ਜਿਨ੍ਹਾਂ ਦੇ ਵਿਚਕਾਰ ਕੰਪੈਰੀਜ਼ਨ ਕੀਤਾ ਗਿਆ, ਤੇ ਜਿਹੜੀ ਕਾਮਨ ਕੁਆਲਿਟੀ ਹੈ ਦੋਨਾਂ ਦੀ ਉਸ ਨੂੰ ਅਸੀਂ ਐਨਸਰਕਲ ਕਰਨਾ। ਜਿਵੇਂ ਕਿ ਉਸ਼ਾ ਰਨਸ ਲਾਈਕ ਅ ਹਾਰਸ, ਜਿਸ ਵਿੱਚ ਉਸ਼ਾ ਤੇ ਹਾਰਸ ਨੂੰ ਅੰਡਰਲਾਈਨ ਕੀਤਾ ਗਿਆ, ਤੇ ਰਨਸ ਕਾਮਨ ਕੁਆਲਿਟੀ ਇਸ ਨੂੰ ਐਨਸਰਕਲ ਕੀਤਾ ਗਿਆ। ਇਸ ਤੋਂ ਬਾਅਦ ਦਾ ਗਰਲ ਸਿੰਗਸ ਲਾਈਕ ਅ ਨਾਈਟਿੰਗੇਲ, ਤੇ ਇੱਥੇ ਗਰਲ ਤੇ ਨਾਈਟਿੰਗੇਲ ਨੂੰ ਅੰਡਰਲਾਈਨ ਕੀਤਾ ਗਿਆ ਤੇ ਸਿੰਗਸ ਨੂੰ ਐਨਸਰਕਲ ਕੀਤਾ ਗਿਆ। ਇਸ ਤੋਂ ਬਾਅਦ ਰੁਸਤਮ ਵਾਜ਼ ਸਟਰੋਂਗ ਲਾਈਕ ਅ ਲਾਇਨ, ਤੇ ਰੁਸਤਮ ਨੂੰ ਲਾਇਨ ਦੇ ਨਾਲ ਕੰਪੇਅਰ ਕੀਤਾ ਗਿਆ, ਤੇ ਰੁਸਤਮ ਅਤੇ ਲਾਇਨ ਨੂੰ ਅਸੀਂ ਅੰਡਰਲਾਈਨ ਕਰਾਂਗੇ ਤੇ ਸਟਰੋਂਗ ਨੂੰ ਐਨਸਰਕਲ ਕਰਾਂਗੇ। ਸੁੰਦਰ ਵਾਜ਼ ਗ੍ਰੀਡੀ ਲਾਈਕ ਅ ਪਿਗ, ਤੇ ਸੁੰਦਰ ਅਤੇ ਪਿਗ ਨੂੰ ਅੰਡਰਲਾਈਨ ਤੇ ਗ੍ਰੀਡੀ ਨੂੰ ਐਨਸਰਕਲ। ਮੀਨਾ ਏਟ ਲਾਈਕ ਅ ਸਪੈਰੋ, ਤੇ ਮੀਨਾ ਤੇ ਸਪੈਰੋ ਨੂੰ ਅੰਡਰਲਾਈਨ ਤੇ ਏਟ ਨੂੰ ਐਨਸਰਕਲ। ਦ ਬਲੱਡ ਕੇਮ ਆਊਟ ਆਫ ਦ ਵਾਊਂਡ ਲਾਈਕ ਵਾਟਰ, ਤੇ ਬਲੱਡ ਤੇ ਵਾਟਰ ਨੂੰ ਕਰਾਂਗੇ ਅੰਡਰਲਾਈਨ ਤੇ ਕੇਮ ਆਊਟ ਨੂੰ ਕਰਾਂਗੇ ਐਨਸਰਕਲ। ਨਿਸ਼ਾ ਕਲਾਈਮ ਦ ਟਰੀ ਲਾਈਕ ਅ ਮੰਕੀ, ਤੇ ਨਿਸ਼ਾ ਤੇ ਮੰਕੀ ਨੂੰ ਅੰਡਰਲਾਈਨ ਤੇ ਕਲਾਈਮ ਨੂੰ ਐਨਸਰਕਲ। ਤੇ ਦੋਸਤੋ ਇਹ ਸੀਗਾ ਤੁਹਾਡਾ ਲੈਸਨ ਨੰਬਰ 5। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪੋਇਮ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਤੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਦੀ ਬੈਕ ਐਕਸਰਸਾਈਜ਼ ਵੀ ਕਰ ਲਈ ਹੋਏਗੀ। ਤੇ ਮਿਲਾਂਗੇ ਆਪ ਸਾਰਿਆਂ ਨੂੰ ਲੈਸਨ ਨੰਬਰ 6 ਦ ਪੀਕੌਕ ਐਂਡ ਦ ਕ੍ਰੋ ਦੇ ਨਾਲ। ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।